ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਤੋਂ ਪ੍ਰੀਵੀਅਸ ਲੈਕਚਰ ਦੇ ਵਿੱਚ ਕੀਤਾ ਸੀ ਕਿ ਵਟ ਆਰ ਦਾ ਆਬਜੈਕਟਿਵਸ ਆਫ ਅਕਾਊਂਟਿੰਗ, ਅਤੇ ਆਬਜੈਕਟਿਵਸ ਦੇ ਵਿੱਚ ਇੱਕ ਸੀ ਪ੍ਰਾਇਮਰੀ ਐਂਡ ਸੈਕਿੰਡ ਸੀ ਸੈਕੰਡਰੀ। ਪ੍ਰਾਇਮਰੀ ਵੀ ਹੈਵ ਡਿਸਕਸਡ ਐਂਡ ਨਾਓ ਵੀ ਵਿਲ ਡੂ ਸੈਕੰਡਰੀ ਆਬਜੈਕਟਿਵਸ। ਠੀਕ ਹੈ, ਸੈਕੰਡਰੀ ਆਬਜੈਕਟਿਵਸ ਦੇ ਵਿੱਚ ਫਸਟ ਆਫ ਆਲ ਸੈਕੰਡਰੀ ਆਬਜੈਕਟਿਵ ਦੇ ਵਿੱਚ ਫਸਟ ਥਿੰਗ ਹੈ ਟੂ ਫਾਈਲ ਟੈਕਸ ਰਿਟਰਨਸ। ਕਿ ਸੈਕੰਡਰੀ ਆਬਜੈਕਟਿਵ ਦੇ ਵਿੱਚ ਕੀ ਆ ਕਿ ਟੈਕਸ ਰਿਟਰਨਸ। ਤੁਹਾਨੂੰ ਪਤਾ ਹੈ ਕਿ ਆਬਜੈਕਟਿਵ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਆਬਜੈਕਟਿਵ ਦਾ ਮਤਲਬ ਇਹੀ ਹੁੰਦਾ ਹੈ ਕਿ ਅਕਾਊਂਟਸ ਕਿਉਂ ਬਣਾਏ ਜਾਂਦੇ। ਅਤੇ ਪ੍ਰਾਇਮਰੀ ਦੇ ਵਿੱਚ ਜਿਹੜੇ ਮੇਨ ਥਿੰਗ ਆ, ਪਹਿਲੀ ਗੱਲ ਇਹ ਆ ਕਿ ਰਿਕਾਰਡ ਰੱਖਣ ਲਈ, ਕਿਉਂਕਿ ਹਿਊਮਨ ਦੀ ਮੈਮਰੀ ਸ਼ਾਰਟ ਆ ਤਾਂ ਕਰਕੇ। ਸੈਕਿੰਡ ਵਨ ਇਜ਼ ਦੈਟ ਕਿ ਪ੍ਰੋਫਿਟ ਐਂਡ ਲਾਸ ਦੇਖ ਲਈ, ਐਂਡ ਥਰਡ ਵਨ ਇਜ਼ ਦਾ ਕਿ ਪੋਜੀਸ਼ਨ ਦੇਖਣ ਲਈ। ਹੁਣ ਸੈਕੰਡਰੀ ਮਤਲਬ ਇਹਨਾਂ ਤਿੰਨਾਂ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਦਾ ਕਰਕੇ ਆਪਾਂ ਅਕਾਊਂਟਸ ਬਣਾਉਣੇ। ਪਹਿਲੀ ਗੱਲ ਇਹ ਕਹਿੰਦਾ ਕਿ ਕਾਹਦਾ ਕਰਕੇ ਬਣਾਉਣੇ, ਫਾਈਲ ਟੈਕਸ ਰਿਟਰਨਸ। ਹੁਣ ਦੇਖੋ ਬੱਚੇ, ਤੁਹਾਡੇ ਵੀ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਜਿੱਦਾਂ ਦਿੱਤੀ ਹੈ ਕਿ ਤੁਹਾਡੇ ਪੇਰੈਂਟਸ ਦਾ ਹਰ ਸਾਲ ਟੈਕਸ ਰਿਟਰਨਸ ਭਰਦੇ ਆ, ਇੱਦਾਂ ਹੀ ਕੰਪਨੀ ਨੂੰ ਵੀ ਅਕਾਊਂਟਸ ਬਣਾਉਣੇ ਪੈਂਦੇ ਤਾਂ ਜੋ ਕੰਪਨੀ ਨੂੰ ਪਤਾ ਚੱਲ ਸਕੇ ਕਿ ਲੋਕਾਂ ਨੂੰ ਪਤਾ ਚੱਲ ਸਕੇ, ਜਾਂ ਤਾਂ ਕਿ ਗੌਰਮੈਂਟ ਨੂੰ ਪਤਾ ਚੱਲ ਸਕੇ ਫਰੋਮ ਦ ਬੈਲੈਂਸ ਸ਼ੀਟ ਕਿ ਜਾਂ ਪ੍ਰੋਫਿਟ ਐਂਡ ਲਾਸ ਹੋਵੇ, ਕੰਪਨੀ ਨੇ ਕਿੰਨਾ ਪ੍ਰੋਫਿਟ ਕਮਾਇਆ ਵਾ ਅਤੇ ਕਿੰਨਾ ਉਹਨਾਂ ਕੋਲੋਂ ਟੈਕਸ ਲੈਣਾ ਵਾ ਗੌਰਮੈਂਟ ਨੇ। ਠੀਕ ਹੈ, ਦ ਰਿਲਾਇਬਲ ਐਂਡ ਕ੍ਰੈਡੀਬਲ ਅਕਾਊਂਟਿੰਗ ਰਿਕਾਰਡਸ ਪ੍ਰੋਵਾਈਡ ਦ ਬੈਸਟ ਬੇਸਿਸ ਫॉर ਫਾਈਲਿੰਗ ਰਿਟਰਨਸ ਫॉर ਡਾਇਰੈਕਟ ਐਜ਼ ਵੈਲ ਐਜ਼ ਇਨਡਾਇਰੈਕਟ ਟੈਕਸਿਸ। ਠੀਕ ਹੈ ਬੱਚੇ, ਇਹਦੇ ਵਿੱਚ ਹੁੰਦਾ ਹੈ ਕਿ ਟੂ ਫਾਈਲ ਟੈਕਸ ਰਿਟਰਨਸ ਦੇ ਵਿੱਚ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਟੈਕਸ ਰਿਟਰਨ ਕਰਨ ਗੌਰਮੈਂਟ ਨੂੰ ਆਪਾਂ ਟੈਕਸ ਦੇਣਾ, ਹਰ ਕੋਈ ਟੈਕਸ ਪੇ ਕਰਦਾ ਗੌਰਮੈਂਟ ਨੂੰ। ਠੀਕ ਹੈ, ਅਤੇ ਗੌਰਮੈਂਟ ਨੂੰ ਸਿੱਧੀ ਜਿਹੀ ਗੱਲ ਆ, ਜਦੋਂ ਅਕਾਊਂਟਸ ਬਣਾਏ ਹੋਣਗੇ ਤਾਂ ਗੌਰਮੈਂਟ ਨੂੰ ਪਤਾ ਚੱਲ ਸਕੂਗਾ ਕਿ ਕਿੰਨਾ ਪ੍ਰੋਫਿਟ ਕਮਾਇਆ ਕੰਪਨੀ ਨੇ, ਅਤੇ ਉਹਦੇ ਬੇਸਿਸ 'ਤੇ ਟੈਕਸ ਕਲੈਕਟ ਕਰਨਗੇ। ਅਤੇ ਜੇ ਅਕਾਊਂਟਸ ਨਹੀਂ ਬਣਾਏ ਫਿਰ ਹੇਰਾਫੇਰੀ ਹੋ ਸਕਦੀ ਹੈ ਨਾ, ਕਿ ਕੰਪਨੀ ਕਹੂ ਕਿ ਨਹੀਂ ਮੈਂ 10 ਕਰੋੜ ਨਹੀਂ, ਮੈਂ 5 ਕਰੋੜ ਕਮਾਇਆ। ਤਾਂ ਬਟ ਅਕਾਊਂਟਸ ਕਿ ਤੁਹਾਨੂੰ ਪੂਰਾ ਸਿੱਧਾ ਦੱਸਦੇ ਕਿ ਇੰਨਾ ਪ੍ਰੋਫਿਟ ਕਮਾਇਆ ਵਾ ਤਾਂ ਇੰਨੇ ਤੋਂ ਤੁਸੀਂ ਟੈਕਸ ਉਹਨਾਂ ਤੋਂ ਲੈਣਾ ਵਾ। ਠੀਕ ਹੈ, ਟੂ ਕਮਿਊਨੀਕੇਟ ਇਨਫੋਰਮੇਸ਼ਨ ਟੂ ਵੇਰੀਅਸ ਗਰੁੱਪਸ। ਬੱਚੇ, ਕਿ ਕਮਿਊਨੀਕੇਟ ਦਾ ਮਤਲਬ ਇਹੀ ਹੈ ਕਿ ਪ੍ਰੋਫਿਟ ਐਂਡ ਲਾਸ ਕਿਉਂ ਬਣਾਇਆ ਜਾਂਦਾ ਵਾ, ਜਾਂ ਬੈਲੈਂਸ ਸ਼ੀਟ ਕਿਉਂ ਬਣਾਈ ਜਾਂਦੀ ਹੈ, ਤਾਂ ਜੋ ਆਲ ਓਵਰ ਵਰਲਡ ਲੋਕਾਂ ਨੂੰ ਇਹ ਪਤਾ ਚੱਲ ਸਕੇ। ਗਰੁੱਪਸ ਦਾ ਮਤਲਬ ਹੈ ਕਿ ਆਲ ਓਵਰ ਵਰਲਡ ਲੋਕਾਂ ਨੂੰ ਪਤਾ ਚੱਲ ਸਕੇ ਕਿ ਕੰਪਨੀ ਨੇ ਕੀ ਕੀਤਾ, ਵੀ ਕੰਪਨੀ ਨੂੰ ਪ੍ਰੋਫਿਟ ਹੋਇਆ ਕਿੰਨਾ ਹੋਇਆ, ਕੰਪਨੀ ਦੀ ਪੋਜੀਸ਼ਨ ਕਿੰਨੀ ਹੈ। ਠੀਕ ਹੈ, ਤਾਂ ਕਰਕੇ ਕਹਿੰਦੇ ਅਕਾਊਂਟਸ ਬਣਾਏ ਜਾਂਦੇ। ਹੁਣ ਦੇਖੋ, ਅਕਾਊਂਟਿੰਗ ਏਮਸ ਟੂ ਕਮਿਊਨੀਕੇਟ ਇਨਫੋਰਮੇਸ਼ਨ ਅਬਾਊਟ ਫਾਈਨੈਂਸ਼ੀਅਲ ਰਿਜ਼ਲਟਸ ਐਂਡ ਫਾਈਨੈਂਸ਼ੀਅਲ ਪੋਜੀਸ਼ਨ ਆਫ ਏ ਬਿਜ਼ਨਸ। ਰਿਜ਼ਲਟਸ ਦੇ ਵਿੱਚ ਪ੍ਰੋਫਿਟ ਐਂਡ ਲਾਸ, ਐਂਡ ਪੋਜੀਸ਼ਨ ਦੇ ਵਿੱਚ ਬੈਲੈਂਸ ਸ਼ੀਟ। ਠੀਕ ਹੈ, ਆਫ ਏ ਬਿਜ਼ਨਸ ਟੂ ਦ ਡਿਸੀਜਨ ਮੇਕਰਸ, ਐਗਜ਼ਾਮਪਲ ਓਨਰਸ। ਬੱਚੇ, ਜਿਹੜਾ ਓਨਰਸ ਨੂੰ ਅਕਾਊਂਟਸ ਤਾਂ ਕਰਕੇ ਬਣਾਏ ਜਦੋਂ ਓਨਰ ਨੂੰ ਪਤਾ ਚੱਲ ਸਕੇ ਮੈਨੂੰ ਕਿੰਨਾ ਪ੍ਰੋਫਿਟ ਹੋਇਆ। ਠੀਕ ਹੈ, ਇਨਵੈਸਟਰ ਮੈਂ ਤੁਹਾਨੂੰ ਪਹਿਲਾਂ ਦੱਸਿਆ, ਬੈਂਕ ਨੇ ਪੈਸਾ ਇਨਵੈਸਟ ਕੀਤਾ ਤੁਹਾਡੀ ਕੰਪਨੀ 'ਚ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਕਿ 10 ਕਰੋੜ ਚਾਹੀਦਾ, 3 ਕਰੋੜ ਓਨਰਸ ਨੇ ਲਾਇਆ, 7 ਕਰੋੜ ਉਹਨਾਂ ਨੇ ਖਰਚਾ ਕਿੱਥੋਂ ਚੁੱਕਿਆ ਵਾ, ਬੈਂਕ ਕੋਲੋਂ। ਤੇ ਜਿਹਨੇ ਇਨਵੈਸਟ ਕੀਤਾ ਪੈਸਾ ਉਹਨੂੰ ਆਪਾਂ ਕੀ ਕਹਿ ਦਾਂਗੇ, ਇਨਵੈਸਟ ਦਾ ਮਤਲਬ ਉਹੀ ਹੋਗਾ ਨਾ ਕਿ ਜਿਹਨੇ ਪੈਸਾ ਲਾਇਆ ਕੰਪਨੀ, ਇਨਵੈਸਟ ਕੀਤਾ ਤੁਹਾਡੀ ਕੰਪਨੀ 'ਚ, ਉਹਨੂੰ ਇਹ ਹੈ ਕਿ ਮੈਨੂੰ ਪ੍ਰੋਫਿਟ ਹੋਵੇ, ਅਤੇ ਮੈਨੂੰ ਇਹ ਉਹਨੂੰ ਪ੍ਰੋਫਿਟ ਹੋਵੇ। ਤਾਂ ਪ੍ਰੋਫਿਟ ਕਿੱਦਾਂ ਹੋਊਗਾ, ਉਹਨੂੰ ਇਹ ਹੈ ਕਿ ਜੇ ਵੱਧ ਤੋਂ ਵੱਧ ਕੰਪਨੀ ਪੈਸਾ ਕਮਾਊਗੀ, ਦੈਟ ਮੀਨਸ ਜੇ ਉਹਨੇ 7 ਕਰੋੜ ਦਾ ਤੁਹਾਨੂੰ ਦਿੱਤਾ, ਲੋਨ ਦਿੱਤਾ। ਠੀਕ ਹੈ, ਤਾਂ ਉਹਨੂੰ ਇਹ ਹੋਏਗਾ ਇਨਵੈਸਟਰ ਨੂੰ ਕਿ ਕੰਪਨੀ ਨੂੰ ਵੀ ਕੰਪਨੀ ਮੈਨੂੰ ਪੈਸਾ ਕਮਾ ਕੇ ਦੇਊਗੀ। ਪੈਸਾ ਕਿੱਦਾਂ ਕਮਾਊਗੀ ਕਿ ਓਬਵੀਅਸਲੀ ਜੇ ਕੰਪਨੀ ਪ੍ਰੋਫਿਟ 'ਚ ਜਾਊਗੀ ਤਾਂ ਉਹਨੂੰ ਉਹਦਾ ਇੰਟਰਸਟ ਮਿਲੂਗਾ। ਠੀਕ ਹੈ, ਬਟ ਜੇ ਕੰਪਨੀ ਲਾਸਿਸ 'ਚ ਜਾਊਗੀ ਤਾਂ ਉਹਨੂੰ ਉਹਦਾ ਇੰਟਰਸਟ ਹੀ ਨਹੀਂ ਮਿਲਣਾ। ਠੀਕ ਹੈ, ਤਾਂ ਕਰਕੇ ਉਹ ਵੇਖਦੇ ਆ ਕਿ ਅਕਾਊਂਟਸ ਵੇਖਦੇ ਕਿ ਕੰਪਨੀ 'ਚ ਪ੍ਰੋਫਿਟ 'ਚ ਤਾਂ ਮੈਂ ਤਾਂ ਹੀ ਪੈਸਾ ਲਾਵਾਂ ਤਾਂ ਜੋ ਮੇਰਾ ਪੈਸਾ ਵਾਪਸ ਮੁੜ ਸਕੇ, ਅਤੇ ਨਾਲ ਮੈਨੂੰ ਉਹਦੇ ਉੱਤੇ ਇੰਟਰਸਟ ਵੀ ਮਿਲ ਸਕੇ। ਠੀਕ ਹੈ, ਮੈਨੇਜਮੈਂਟ ਨੂੰ ਇਹ ਹੁੰਦਾ ਵਾ ਕਿ ਮੈਨੇਜਰਸ ਨੂੰ ਹੁੰਦਾ, ਟੀਚਰਸ ਨੂੰ ਇਹ ਹੁੰਦਾ। ਦੇਖੋ, ਤੁਹਾਡੇ ਸਕੂਲ ਦੇ ਵਿੱਚ ਟੀਚਰਸ ਹੁੰਦਾ ਕਿ ਵੱਧ ਤੋਂ ਵੱਧ ਬੱਚਿਆਂ ਦੀ ਮੈਰਿਟ ਦੇ ਵਿੱਚ ਕੀ ਆਵੇ, ਵੱਧ ਤੋਂ ਵੱਧ ਬੱਚੇ ਮੈਰਿਟਸ 'ਚ ਵੀ ਆਉਣ ਤਾਂ ਜੋ ਟੀਚਰਸ ਦਾ ਵੀ ਇਨਸੈਂਟਿਵ ਵੱਧ ਸਕੇ। ਇੱਦਾਂ ਹੀ ਬਿਜ਼ਨਸ ਦੇ ਵਿੱਚ ਹੁੰਦਾ ਹੈ। ਠੀਕ ਹੈ, ਇੰਪਲੋਇਜ਼ ਨੂੰ ਵੀ ਹੁੰਦਾ ਹੈ ਕਿ ਉਹਨਾਂ ਨੂੰ ਬੋਨਸ ਮਿਲੂਗਾ ਜੇ ਕੰਪਨੀ ਵੱਧ ਤੋਂ ਵੱਧ ਪ੍ਰੋਫਿਟ ਕਮਾਊਗੀ। ਗੌਰਮੈਂਟ ਨੇ ਟੈਕਸ ਕਲੈਕਟ ਕਰਨਾ ਹੁੰਦਾ ਤਾਂ ਕਰਕੇ ਗੌਰਮੈਂਟ ਇੰਟਰਸਟਡ ਹੁੰਦੀ ਆ ਅਕਾਊਂਟਸ ਦੇ ਵਿੱਚ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੁੰਦੇ ਜਿੱਦਾਂ ਬੱਚੇ ਬੈਂਕ ਹੋ ਗਿਆ। ਠੀਕ ਹੈ, ਰਿਸਰਚਰਸ ਤਾਂ ਕਰਕੇ ਅਕਾਊਂਟਸ ਦੇ ਵਿੱਚ ਕਰਦੇ ਆ ਕਿ ਤੁਸੀਂ ਜਦੋਂ ਐਮਕਾਮ ਬੀਕਾਮ ਕਰੋਗੇ ਨਾ, ਤਾਂ ਤੁਸੀਂ ਵੀ ਵੇਖੋਗੇ ਕਿ ਤੁਸੀਂ ਰਿਸਰਚ ਕਰੋਗੇ ਜਾ ਕੇ, ਜਦੋਂ ਹਾਇਰ ਕਲਾਸਿਸ 'ਚ ਜਾਓਗੇ ਨਾ ਰਿਸਰਚ ਕਰੋਗੇ। ਅਤੇ ਰਿਸਰਚ ਕਿੱਦਾਂ ਕਰੋਗੇ, ਉਹਨਾਂ ਦੇ ਡਾਟਾ ਤੋਂ। ਜੇ ਮੈਂ ਹੁਣ ਤੁਹਾਨੂੰ ਅੱਜ ਵੀ ਕਹਾਂ ਨਾ ਕਿ ਏਅਰਟੈਲ ਦੀ ਕੰਪਨੀ ਦੀ ਪ੍ਰੋਫਿਟ ਐਂਡ ਲਾਸ ਵੇਖੋ, ਤਾਂ ਤੁਸੀਂ ਰਿਸਰਚ ਕਰੋ ਕਿ ਕੰਪਨੀ ਨੇ 2019 ਦੇ ਵਿੱਚ 2018 ਤੋਂ 2019 ਦੇ ਵਿੱਚ ਕਿੰਨਾ ਪ੍ਰੋਫਿਟ ਕਮਾਇਆ, ਅਤੇ 2019 ਤੇ 2020 ਦੇ ਵਿੱਚ ਕਿੰਨਾ ਪ੍ਰੋਫਿਟ ਕਮਾਇਆ। ਦੈਟ ਮੀਨਸ ਕਿ ਤੁਸੀਂ ਰਿਸਰਚ ਕਰ ਰਹੇ ਹੋ। ਰਿਸਰਚਰਸ ਨੇ ਕੀ ਕਰਨਾ ਹੁੰਦਾ ਵਾ ਕਿ ਡਾਟਾ ਕਲੈਕਟ ਕਰਕੇ ਉਹਦੇ ਉੱਤੇ ਕੀ ਕਰਨੀ ਹੁੰਦੀ ਹੈ ਕਿ ਵੇਖਣਾ ਹੁੰਦਾ ਕਿ ਕੰਪਨੀ ਪ੍ਰੋਫਿਟ 'ਚ ਜਾਂਦੀ ਆ ਜਾਂ ਲਾਸ 'ਚ। ਠੀਕ ਹੈ ਜੀ, ਟੂ ਹੈਵ ਕੰਟਰੋਲ ਓਵਰ ਦ ਪ੍ਰੋਪਰਟੀ ਐਂਡ ਐਸੈਟਸ ਆਫ ਦ ਫਰਮ। ਬੱਚੇ, ਸਿੱਧੀ ਜਿਹੀ ਗੱਲ, ਅਕਾਊਂਟਸ ਦੇ ਵਿੱਚ ਸਾਨੂੰ ਇਹ ਪਤਾ ਚੱਲਦਾ ਵਾ ਬੈਲੈਂਸ ਸ਼ੀਟ ਤੋਂ। ਬੈਲੈਂਸ ਸ਼ੀਟ ਦੇ ਵਿੱਚ ਹੀ ਐਸੈਟਸ ਹੁੰਦੇ ਆ ਅਤੇ ਬੈਲੈਂਸ ਸ਼ੀਟ ਦੇ ਵਿੱਚ ਲਾਇਬਿਲਿਟੀਜ਼ ਹੁੰਦੀਆਂ। ਤਾਂ ਉਹਨਾਂ ਉੱਤੋਂ ਸਾਨੂੰ ਇਹ ਪਤਾ ਲੱਗਦਾ ਵਾ ਕਿ ਕੰਪਨੀ ਕੋਲੋਂ ਕਿੰਨਾ ਐਸੈਟ ਦਾ ਮਤਲਬ ਹੋ ਗਿਆ ਕਿ ਕੰਪਨੀ ਕੋ ਕਿੰਨਾ ਉਹਦੇ ਕੋਲ ਆਪਣੇ ਉਹ ਹੈਗੀ ਆ, ਆਪਣੇ ਐਸੈਟਸ ਹੈਗੇ। ਐਸੈਟ ਦਾ ਮਤਲਬ ਜਿੱਦਾਂ ਤੁਹਾਡੇ ਘਰ ਦੇ ਵਿੱਚ ਜੇ ਤੁਸੀਂ ਮੰਨ ਕੇ ਚੱਲੋ ਕਿ ਤੁਹਾਡੇ ਕੋਲ ਟਰੈਕਟਰ ਆ, ਟਰੈਕਟਰ ਵੀ ਤੁਹਾਡਾ ਕੀ ਹੋਇਆ ਐਸੈਟ, ਜੇ ਉਹਨੂੰ ਅੱਜ ਵੀ ਵੇਚੋਗੇ ਤੁਹਾਡਾ 5 ਲੱਖ ਦਾ ਵਿਕ ਜੂਗਾ। ਠੀਕ ਆ, ਫਿਰ ਟਰਾਲੀ
ठीक है। दैट मीनस कि तुसीं उन्होंने अज भी बेचोगे तो 1.5 या 2 लाख की विक जूगी। हल्लां हो गई इदां दी चीज़ां, गड्डी बेचनी चाहो, सारा कुछ दैट मीनस है ना, दैट मीनस वो एसेट्स आ। तो कहते कि इस तो पता लगता एसेट्स कि आप सारे चीज़ों का कर लेने ना, कि जो भी सारिया चीज़ों का वेख लेने कि मेरे को इन्नियां चीज़ां पईयां, इन्हां दा मुੱਲ पा लेने, इन्नियां चीज़ों का मुੱਲ पा लिया, दैट मीनस 30 लाख दियां बन गई। ठीक है। तो दूजे पासे कंपनी की वेखदी है कि लाइबिलिटीज़ के कर्जा किन्ना ਉਹਦੇ सिर, ठीक है, कि करजा किन्ना वा कंपनी के सिर। तो जो बच्चे करजा वेखांगे आप कंपनी के सिर तो देखांगे कि जे 30 लाख की वो एसिट आ तो करजा वह 15 लाख का वा, दैट मीनस कि कंपनी 15 लाख का चा प्रॉफिट चा। ठीक है जी। तो कितों पता लगूगा? थ्रू द अकाउंट्स चो, कितों? बैलेंस शीट चो। ठीक है। टू पोर्ट्रे द लिक्विडिटी पोजीशन, बच्चे लिक्विडिटी का मतलब होंदा वा कि डे टू डे कैश। हुण बच्चे तुहाडे घर दे विच भी तुसीं वेखो भी तुसीं कहंदे जो ना घर दे विच थोड़ा बहुता पैसा होना चाहिए। लिक्विडिटी का मतलब है कि तुहाडे कोल रोज़मर्रा की जिंदगी च थोड़ा बहुता पैसा होना चाहिए ਤਾਂ ਜੋ ਤੁਸੀਂ ਛੋਟੀਆਂ ਚੀਜ਼ਾਂ ਖਰੀਦ ਸਕੋ। ਠੀਕ ਹੈ। ਜਿੱਦਾਂ ਘਰ ਦੇ ਵਿੱਚ ਜੇ ਕੋਈ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਪੈ ਗਈ ਹੈ, ਜਿੱਦਾਂ ਸੌਦਾ ਹੀ ਮੁੱਕ ਜਾਂਦਾ ਵਾ, ਠੀਕ ਆ ਨਾ, ਸੌਦੇ ਦੇ ਵਿੱਚ ਜਿੱਦਾਂ ਤੁਸੀਂ 1 ਮਹੀਨੇ ਦਾ ਸੌਦਾ ਲਿਆਂਦਾ ਵਾ ਬਟ ਉਹਦੇ ਵਿੱਚ ਜਿੱਦਾਂ ਆਪਾਂ ਕਹਿ ਦਈਏ ਕਿ एक चीज़ नहीं आई है ना, तो तुसीं वो चीज़ नूं लैण चल गए, तुहाडे कोल रोज़ पैसा वरतन नूं होना चाहिए। लिक्विडिटी उहनूं कहंदे आ कि जदों तुहाडे कोल पैसा होवे, हत्थ 'च की होवे, पैसा होवे, तो तुसीं रोज़ उहनूं वरत सको। ठीक है। हुण देखो अकाउंटिंग रिकॉर्ड्स प्रोवाइड इन्फॉर्मेशन अबाउट हाउ ए बिजनेस obtains the utilities obtains and utilize cash, about its borrowings and repayment of borrowings, capital transaction, dividend, other distribution of resources to owners and other factors that may affect the liquidity and solvency of the business। ਇਹਦੇ ਵਿੱਚ ਉਹੀ ਕਹਿ ਰਿਹਾ ਕਿ एक बिजनेस को रोज़मर्रा की जिंदगी के भी पैसा होना चाहिए वा कि जे उहदे कोल वर्कर कोई मंगे तो उस वेले उन्होंने कढ़ के वो दे सके। ठीक है। बोरिंग का मतलब बच्चे होंगे कि तुसीं पैसा बोरो किया किसी को, उन्होंने आप पैसा रीपेमेंट करना वा ना, बोरो किया तो उन्हें अज ही मंगना तो तुसीं उन्होंने पे करोगे। ठीक है ना। रीपेमेंट ऑफ बोरिंग्स का मतलब होंदा पहला कि तुसीं पैसा किसी को लियाओ उधारा, फिर उस तो बाद वो पैसा की किया तुसीं रीपे किया। ठीक है। कैपिटल ट्रांसफर, डिविडेंड का बच्चे तुसीं ना +2 दे विच पढ़ो, क्योंकि डिविडेंड आपां काहदे उत्ते देईदा वा। हुण वड्डियां कंपनियां तुहानूं +1 चले ये समझ नहीं आनी कि जो आप शेयर्स लेने हैं ना कोई भी कंपनी आ, जां मैं तुहानूं इहदे उत्ते फुल फ्लैज चैप दसूँगी कि जिद्दां इंटरस्ट हुंदा ना उदां ही डिविडेंड हुंदा वा। ठीक है। इंटरस्ट आपां जे बैंक दे विच आपां अपना पैसा रखीए तो बैंक आपां नूं इंटरस्ट दिंदी ना, इदां डिविडेंड हुंदा, पर डिविडेंड हमेशा दिंदे काते उत्ते आ शेयर्स उत्ते। तो वो मैं तुहानूं जदों आपां स्कूल लग जाणगे जां वो चैप्टर जदों होएगा मैं तुहानूं उदों समझावांगी कि डिविडेंड हुंदा की है। ठीक है जी। टू इनेबल परफॉर्मेंस बजटिंग का मतलब तुहानूं भी पता वा कि सरकार भी बच्चे बजट बनाउंदी, साल का बजट बनाउंदी है ना सरकार, कि इन्ना करोड़ इत्थे खर्चांगे, इन्ना करोड़ इत्थे खर्चांगे। उदां ही बिजनेस भी अकाउंट्स तो ही आप बनाने बजट बनाने। देखो हुण अकाउंट्स दे विच तुसीं इस साल वेखिया कि तुहानूं प्रॉफिट इन्ना होया। ठीक है। तो तुसीं ये सोचोगे कि इस साल जे मैनूं 1 करोड़ का प्रॉफिट होया, अगले साल मैं की करना वा, प्रॉफिट वधाउणा वा। तो इस साल दे तुसीं अकाउंट्स तो की वेखोगे? रेमीडियल मेजर्स का मतलब हुंदा वा कि तुसीं स्टैप्स इदां दे लओगे जिहदे नाल तुसीं वेखोगे फॉर द डेविएशनस बिटवीन, डेविएशनस का मतलब हुंदा चेंज बिटवीन द एक्चुअल एंड बजटेड परफॉर्मेंस, कि तुसीं एक्चुअल 1 करोड़ सोचा सी। ठीक है। ठीक है। एक्चुअल बजटेड तुसीं बजट सोचा ही कि बजटेड परफॉर्मेंस का मतलब कि 2 करोड़ कमावांगे, बट तुसीं उस साल एक्चुअल कितना कमाया 1 करोड़, तो चेंज कितना रह गया 1 करोड़ का चेंज रह गया। ऑबवियसली इत्थे हुण फॉर एग्जाम्पल जे वेखां तुसीं सोचा ही कि मैं 3 करोड़ कमाऊँगा, 3 करोड़। ठीक है। बट तुहानूं एक्चुअल च बचया कितना, प्रॉफिट कितना होया 1 करोड़। डेविएशन कितना होया, चेंज डिफरेंस कितना आया, डेविएशन का मतलब हुंदा डिफरेंस कितना आया 3 - 1 2 लाख का डिफरेंस होया, 2 लाख का डिफरेंस होया ना। 2 लाख के डिफरेंस तो तुसीं अगले साल कवर अप करोगे, तो कवर अप कदों करोगे जे तुसीं अकाउंट्स बनाए होणगे हर एक साल दे, तां जो तुहानूं पता चल सके कि जे मैनूं इस साल मैं 1 करोड़ प्रॉफिट होया तो मैं अगले साल 3 करोड़ करना ही करना। टू प्रोवाइड इन्फॉर्मेशन अबाउट यूटिलाइजेशन ऑफ स्कार रिसोर्सिस, बच्चे स्कारस होंगे कि जोड़े रिसोर्सिस लिमिटेड होंगे। लिमिटेड मतलब देखो हम जिदा अपने कह देंगे कि जोड़े बहुत औखे मिलते, तेल हो गया, पेट्रोल डीजल कोल हो गया, ठीक है, कैरोसिन ऑयल हो गया, कि जिदा हूँ देखो जिन्हों की रिप्लेसमेंट नहीं, उस वाटर हो गया। ठीक है। कि जोड़े चीज़ां खत्म होई जा रही, स्कारस का मतलब होंगे कि जोड़ियां लिमिटेड रिसोर्सिस आ। ठीक है। इट प्रोवाइड्स नैसेसरी इन्फॉर्मेशन अबाउट द एफिशिएंसी और अदरवाइज ऑफ द मैनेजमेंट रिगार्डिंग द प्रॉपर यूटिलाइजेशन ऑफ स्कारस रिसोर्सिस। कहते हैं कि अकाउंटिंग ही दसदी है कि तुसीं आ चीज़ का इन्ना कुछ यूज़ करो तां जो तुसीं अगली बार भी वो चीज़ नूं यूज़ कर सको, कि तुसीं वेस्टेज ना करो, क्यों अकाउंट्स से सारा कुछ पता चल जाता कि किहड़ी चीज़ वेस्ट होंदी किहड़ी नहीं। सो अकाउंट्स तो मैनेजर्स नूं ये पता लगना कि आ चीज़ वेस्ट होंदी है तो ये चीज़ असीं वेस्ट नहीं करना। ठीक है। टू प्रोवाइड इन्फॉर्मेशन फॉर इंटरनल रिपोर्टिंग, बच्चे इंटरनल रिपोर्टिंग का मतलब होंदा कि मैनेजर, इंटरनल कौन आ, मैनेजर्स आ ना,
मैनेजर्स ਨੂੰ ਆਪਣਾ ਵੇਖਣਾ ਹੁੰਦਾ ਵਾ, ਉਹਨਾਂ ਨੇ ਆਪਣਾ ਵੇਖਣਾ ਹੁੰਦਾ ਕਿ ਕਿੰਨਾ ਕੁ ਪ੍ਰੋਫਿਟ ਕਮਾਇਆ। ਸੋ ਅਕਾਊਂਟਿੰਗ ਤਾਂ ਕਰਕੇ ਵੀ ਕੀਤੀ ਜਾਂਦੀ ਆ। ਆਪਾਂ ਬਾਹਰਲੇ ਲੋਕਾਂ ਨੂੰ ਤਾਂ ਦੱਸਣਾ ਹੀ ਦੱਸਣਾ ਕਿ ਇੰਨਾ ਕੰਪਨੀ ਨੂੰ ਪ੍ਰੋਫਿਟ ਹੋਇਆ, ਬਟ ਅੰਦਰਲੇ ਮੈਨੇਜਰਸ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਾਡੀ ਕੰਪਨੀ ਨੂੰ ਕਿੰਨਾ ਪ੍ਰੋਫਿਟ ਹੋਇਆ। ਹੈਲਪਫੁਲ ਇਨ ਰੈਸ਼ਨਲ ਡਿਸੀਜਨ ਮੇਕਿੰਗ। ਰੈਸ਼ਨਲ ਡਿਸੀਜਨ ਅਕਾਊਂਟਸ ਹਮੇਸ਼ਾ ਤੁਹਾਨੂੰ ਡਿਸੀਜਨ ਕਰਵਾਉਂਦੇ ਆ। ਡਿਸੀਜਨ ਮਤਲਬ ਇਸ 9th ਦਾ ਰਿਪੋਰਟ ਕਾਰਡ ਵੇਖਿਆ ਮੇਰੇ 80% ਆਏ ਆ, ਹੈ ਨਾ, ਅਤੇ 10th ਦੇ 'ਚ ਤੁਸੀਂ ਇਹ ਸੋਚੋਗੇ ਹਰ ਸਾਲ ਦਾ ਰਿਪੋਰਟ ਕਾਰਡ ਸਾਂਭਿਆ ਪਿਆ ਨਾ, ਅਤੇ ਇੱਦਾਂ ਹੀ ਅਕਾਊਂਟਸ ਆ, ਹਰ ਸਾਲ ਦੇ ਅਕਾਊਂਟਸ ਬਣਾਈ ਜਾਓਗੇ, ਉਹਦੇ ਵਿੱਚ ਤੁਸੀਂ ਇਹ ਵੇਖੋਗੇ ਕਿ ਮੈਨੂੰ ਇਸ ਸਾਲ ਇੰਨਾ ਪ੍ਰੋਫਿਟ ਹੋਇਆ, ਅਗਲੇ ਸਾਲ ਇੰਨਾ ਪ੍ਰੋਫਿਟ, ਤਾਂ ਹੁਣ ਮੈਂ ਤੀਜੇ ਸਾਲ ਇਹ ਤੋਂ ਵਧਣਾ ਵਾ ਪ੍ਰੋਫਿਟ, ਠੀਕ ਹੈ। ਤਾਂ ਸੋ ਜਦੋਂ ਤੁਸੀਂ ਅਕਾਊਂਟਸ ਬਣਾਉਂਦੇ ਹੋ ਤੁਸੀਂ ਵੇਖਦੇ ਹੋ ਤੁਸੀਂ ਕਿਹੜੀਆਂ ਗਲਤੀਆਂ ਕੀਤੀਆਂ, ਜਾਂ ਤੁਸੀਂ ਫੋਰ ਐਗਜ਼ਾਮਪਲ ਜੇ ਤੁਸੀਂ ਆਪਣਾ ਰਿਪੋਰਟ ਕਾਰਡ ਵੇਖਦੇ ਜੋ, ਰਿਪੋਰਟ ਕਾਰਡ 'ਚ ਵੇਖਦੇ ਮੈਥਸ 'ਚ ਮੇਰੇ ਨੰਬਰ ਘਟੇ ਤਾਂ ਕਰਕੇ ਮੇਰੀ ਪਰਸੈਂਟੇਜ ਘਟੀ, ਅਤੇ ਇੱਦਾਂ ਹੀ ਅਕਾਊਂਟ, ਅਤੇ ਮੈਂ ਅਗਲੇ ਸਾਲ ਮੈਥਸ 'ਚੋਂ ਕਦੇ ਨੰਬਰ ਲੈਣੇ। ਇੱਦਾਂ ਹੀ ਅਕਾਊਂਟਸ 'ਚੋਂ ਬਿਜ਼ਨਸ ਇਹ ਵੇਖਦਾ ਮੈਂ ਕਿੱਥੇ ਗਲਤੀਆਂ ਕੀਤੀਆਂ, ਠੀਕ ਆ। ਅਕਾਊਂਟਿੰਗ ਦੇ ਵਿੱਚ ਕਿੱਥੇ ਗਲਤੀਆਂ ਕੀਤੀਆਂ, ਮੈਂ ਕਿਹੜੀ ਚੀਜ਼ ਨੂੰ ਜ਼ਿਆਦਾ ਪੈਸਾ ਦਿੱਤਾ ਤਾਂ ਜੋ ਮੈਨੂੰ ਪ੍ਰੋਫਿਟ ਹੋਇਆ, ਲਾਸ ਹੋਇਆ, ਤਾਂ ਕਰਕੇ ਅਕਾਊਂਟਸ ਤੁਹਾਨੂੰ ਇੱਕ ਬੈਟਰ ਡਿਸੀਜਨ ਲਈ ਇਨੀਸ਼ੀਏਟਿਵ ਕਰਦਾ ਹੈ, ਠੀਕ ਹੈ। ਇਹਦੇ ਵਿੱਚ ਵੇਖੋ, ਇਹਦੇ ਵਿੱਚ ਅਕਾਊਂਟਸ ਦੇ ਨਾਲ ਤੁਹਾਨੂੰ ਇਹ ਪਤਾ ਚੱਲਦਾ ਕਿ ਕਿਹੜਾ ਪ੍ਰੋਡਕਟ ਚੂਜ਼ ਕਰੀਏ। ਚੂਜ਼ਿੰਗ ਮੋਸਟ ਪ੍ਰੋਫਿਟੇਬਲ ਪ੍ਰੋਡਕਟ ਮਿਕਸ, ਕਿ ਉਹ ਪ੍ਰੋਡਕਟ ਚੂਜ਼ ਕਰੀਏ ਜਿਹਦੇ ਵਿੱਚ ਵੱਧ ਤੋਂ ਵੱਧ ਪ੍ਰੋਫਿਟ ਹੋਵੇ। ਡਿਵਰਸੀਫਿਕੇਸ਼ਨ ਆਫ ਪ੍ਰੋਡਕਟ, ਡਿਵਰਸੀਫਿਕੇਸ਼ਨ ਦਾ ਮਤਲਬ ਹੁੰਦਾ ਵੱਖ-ਵੱਖ ਪ੍ਰੋਡਕਟਸ ਬਣਾਉਣੇ, ਇੱਕੋ ਪ੍ਰੋਡਕਟ ਨਹੀਂ ਬਣਾਉਣਾ। ਕਲੋਜ਼ਿੰਗ ਦਾ ਪ੍ਰੋਡਕਟ ਔਰ ਡਿਪਾਰਟਮੈਂਟ, ਕਿ ਜਿਹੜਾ ਉਹ ਵਾਲਾ ਅਕਾਊਂਟਸ ਤੁਹਾਨੂੰ ਇਹ ਦੱਸਦਾ ਕਿ ਉਹ ਵਾਲਾ ਪ੍ਰੋਡਕਟ ਬੰਦ ਕਰ ਦਿਓ ਜਿਹੜਾ ਤੁਹਾਨੂੰ ਲੌਸਿਸ ਦੇਣ ਦਿਆ, ਠੀਕ ਹੈ। ਮੇਕ ਔਰ ਬਾਈ ਡਿਸੀਜਨ, ਕਿ ਆਪਣੇ ਆਪ ਹੀ ਬਣਾਈਆਂ ਪ੍ਰੋਡਕਟ ਜਾਂ ਬਾਹਰੋਂ ਕਿਤੇ ਬਾਈ ਕਰੀਏ, ਠੀਕ ਹੈ, ਕਿ ਇਹਦੇ ਵਿੱਚ ਜ਼ਿਆਦਾ ਪ੍ਰੋਫਿਟ ਆ। ਇਹ ਸਾਰਾ ਕਿੱਥੋਂ ਪਤਾ ਲੱਗਦਾ ਵਾ, ਅਕਾਊਂਟਸ ਤੋਂ ਪਤਾ ਲੱਗਦਾ, ਠੀਕ ਹੈ। ਜਾਂ ਰੀਨਿਊਵਲ ਔਰ ਰਿਪਲੇਸਮੈਂਟ ਆਫ ਏ ਮਸ਼ੀਨਰੀ। ਰੀਨਿਊਵਲ ਦਾ ਮਤਲਬ ਹੁੰਦਾ ਵਾ ਕਿ ਉਹਨੂੰ ਆਪਾਂ, ਤੁਹਾਨੂੰ ਇਹ ਪਤਾ ਹੈ ਕਿ ਰੀਨਿਊਵਲ ਦਾ ਮਤਲਬ ਹੈ ਕਿ ਪੁਰਾਣੀ ਮਸ਼ੀਨਰੀ ਨੂੰ ਆਪਾਂ ਕੀ ਕਰ ਦੇਣਾ, ਥੋੜ੍ਹਾ ਸਹੀ ਕਰਵਾ ਲੈਣਾ, ਅਤੇ ਰੀਪਲੇਸਮੈਂਟ ਦਾ ਮਤਲਬ ਹੁੰਦਾ ਨਵੀਂ ਮਸ਼ੀਨਰੀ ਲੈ ਆਉਣੀ। ਹੁਣ ਅਸੈਪਟਿੰਗ ਔਰ ਰਿਜੈਕਟਿੰਗ ਐਨ ਆਰਡਰ, ਕਿ ਅਸੈਪਟ ਕਰੀਏ ਜਾਂ ਰਿਜੈਕਟ, ਇਹ ਸਾਰਾ ਕੁਝ ਤਾਂ ਕਰਕੇ ਕੰਪਨੀ ਵੇਖਦੀ ਆ, ਤਾਂ ਜੋ ਕੰਪਨੀ ਨੂੰ ਅਕਾਊਂਟਸ ਤਾਂ ਕਰਕੇ ਬਣਾਏ ਜਾਂਦੇ ਆ ਕਿ ਤਾਂ ਜੋ ਕੰਪਨੀ ਨੂੰ ਪਤਾ ਚੱਲ ਸਕੇ ਅਸੀਂ ਗਲਤੀਆਂ ਕਿੱਥੇ ਕੀਤੀਆਂ, ਅਤੇ ਉਹ ਗਲਤੀ ਨੂੰ ਅਸੀਂ ਕਿੱਦਾਂ ਸੁਧਾਰਨਾ ਹੈ ਤਾਂ ਜੋ ਸਾਨੂੰ ਵੱਧ ਤੋਂ ਵੱਧ ਪ੍ਰੋਫਿਟ ਹੋ ਸਕੇ। ਓਬਜੈਕਟਿਵਸ ਦਾ ਮਤਲਬ ਹੀ ਇਹੀ ਆ ਕਿ ਤੁਸੀਂ ਅਕਾਊਂਟਸ ਤਾਂ ਕਰਕੇ ਬਣਾਉਂਦੇ ਜੋ ਤਾਂ ਜੋ ਤੁਹਾਨੂੰ ਇਹ ਪਤਾ, ਉਹਨਾਂ ਨੇ ਇਹ ਕਿਹਾ ਕਿ ਵਟ ਆਰ ਦਾ ਓਬਜੈਕਟਿਵਸ, ਕਿ ਕਿਉਂ ਬਣਾਉਂਦੇ ਆਪਾਂ ਅਕਾਊਂਟਸ, ਤਾਂ ਅਕਾਊਂਟਸ ਇਹਨਾਂ ਚੀਜ਼ਾਂ ਕਰਕੇ ਹੀ ਬਣਾਏ ਜਾਂਦੇ ਆ ਤਾਂ ਜੋ ਕੰਪਨੀ ਕੀ ਹੋ ਸਕੇ, ਪ੍ਰੋਫਿਟ 'ਤੇ ਜਾ ਸਕੇ। ਨੈਕਸਟ ਵਨ ਇਜ਼ ਦਾ ਵਟ ਆਰ ਦਾ ਐਡਵਾਂਟੇਜਸ ਆਫ ਅਕਾਊਂਟਿੰਗ। ਫਸਟ ਵਨ ਇਜ਼ ਹਿਊਮਨ ਮੈਮਰੀਜ਼ ਲਿਮਿਟਡ। ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਅਕਾਊਂਟਿੰਗ ਦੀ ਕੀ ਮੈਰਿਟਸ ਨੇ, ਹੈ ਨਾ, ਕਿ ਕੀ ਵਧੀਆ ਪੁਆਇੰਟਸ ਨੇ, ਠੀਕ ਆ। ਅਤੇ ਅਕਾਊਂਟਿੰਗ ਦਾ ਪਹਿਲੇ ਪੁਆਇੰਟ ਇਹ ਆ ਕਿ ਹਿਊਮਨ ਦੀ ਮੈਮਰੀ ਸ਼ਾਰਟ ਹੁੰਦੀ ਆ, ਤੁਹਾਨੂੰ ਵੀ ਮੈਂ ਪਹਿਲਾਂ ਵੀ ਸਮਝਾਇਆ ਵਾ ਕਿ ਮੈਮਰੀ ਸ਼ਾਰਟ ਆ, ਅਤੇ ਤਾਂ ਕਰਕੇ ਹਿਊਮਨ ਦੀ ਮੈਮਰੀ ਲਿਮਿਟਡ ਦਾ ਮਤਲਬ ਸ਼ਾਰਟ ਆ। ਅਤੇ ਅਕਾਊਂਟਸ ਤੋਂ ਸਾਨੂੰ ਸਿੱਧੀ ਜਿਹੀ ਗੱਲ ਆ, ਆਪਾਂ ਨੂੰ ਹਰ ਇੱਕ ਚੀਜ਼ ਯਾਦ ਆ ਜਾਂਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਕਿ ਤੁਸੀਂ ਕੋਈ ਚੀਜ਼ ਲਿਖੀ ਹੋਏਗੀ ਤਾਂ ਤੁਸੀਂ 10 ਸਾਲ ਪਹਿਲਾਂ ਦੇ ਲਿਖ ਕੇ ਕੱਢੋਗੇ ਨਾ, ਅਕਾਊਂਟਸ ਖੋਲ੍ਹ ਕੇ ਵੇਖੋ, ਤੁਹਾਨੂੰ ਪਤਾ ਚੱਲ ਜੂਗਾ ਇਹ ਪੈਸਾ ਕਿੱਥੇ ਖਰਚ ਕੀਤਾ, ਠੀਕ ਹੈ। Because memory of human being is limited, he cannot memorize so many transactions, so accounting records relieve the owner from his burden, ठीक है जी। ਹੈਲਪਫੁਲ ਇਨ ਡਿਟਰਮੀਨੇਸ਼ਨ ਟੈਕਸ ਲਾਇਬਿਲਿਟੀ, ਕਹਿੰਦੇ ਕਿ ਅਕਾਊਂਟਸ ਤਾਂ ਕਰਕੇ ਬਣਾਏ ਜਾਂਦੇ ਕਿ ਸਾਨੂੰ ਇਹ ਪਤਾ ਚੱਲ ਸਕੇ ਕਿ ਅਸੀਂ ਕਿੰਨਾ ਪੈਸਾ ਪੇ ਕਰਨਾ ਵਾ, ਠੀਕ ਹੈ ਨਾ। ਇਹ ਹੁੰਦਾ ਕਿ ਜੇ ਆਪਾਂ ਆਪਾਂ ਉੱਦਾਂ ਹੀ ਕਹੀ ਜਾਈਏ ਕਿ ਨਹੀਂ 1 ਕਰੋੜ ਤੁਹਾਨੂੰ ਪ੍ਰੋਫਿਟ ਹੋਇਆ ਅਤੇ ਸਰਕਾਰ ਕਹੇ ਤੁਹਾਨੂੰ 3 ਕਰੋੜ ਹੋਇਆ, ਇਹਦਾ ਮਤਲਬ ਤੁਸੀਂ ਸਰਕਾਰ ਦੇ ਗੜੀ ਰੱਖ ਸਕੋਗੇ, ਆਪਣੇ ਅਕਾਊਂਟਸ ਦੀ ਕਾਪੀ ਰੱਖ ਸਕੋਗੇ ਕਿ ਆਹ ਦੇਖੋ ਮੈਨੂੰ 1 ਕਰੋੜ ਦਾ ਪ੍ਰੋਫਿਟ ਆ, ਮੈਂ 1 ਕਰੋੜ 'ਤੇ ਟੈਕਸ ਪੇ ਕਰਨਾ। ਸਟੈਚੂਟਰੀ ਰਿਕੁਆਇਰਮੈਂਟ, ਸਟੈਚੂਟਰੀ ਦਾ ਮਤਲਬ ਹੁੰਦਾ ਵਾ ਕਿ ਲਾਅ ਵੀ ਇਹੋ ਗੱਲ ਕਹਿੰਦਾ ਵਾ ਕਿ ਤੁਹਾਨੂੰ ਅਕਾਊਂਟਸ ਬਣਾਉਣੇ ਪੈਣਗੇ। ਜਿਹੜੀ ਕੰਪਨੀ ਅਕਾਊਂਟਸ ਨਹੀਂ ਬਣਾਉਂਦੀ ਉਹ ਕੰਪਨੀ ਨੂੰ ਰੱਦ ਕਰ ਦਿੱਤਾ ਜਾਂਦਾ, ਉਹ ਕੰਪਨੀ ਨੂੰ ਕੰਪਨੀ ਨਹੀਂ ਮੰਨਿਆ ਜਾਂਦਾ, ਠੀਕ ਹੈ। ਅਕਾਊਂਟਿੰਗ ਇਜ਼ ਨਾਟ ਓਨਲੀ ਮੈਂਟ ਫॉर ਓਨਰਸ ਬੈਨੀਫਿਟ ਓਨਲੀ ਬਟ ਹੀ ਮੇ ਬੀ ਰਿਕੁਆਇਰਡ ਟੂ ਕੀਪ ਅਕਾਊਂਟਿੰਗ ਰਿਕਾਰਡਸ ਐਜ਼ ਪਰ ਡਿਫਰੈਂਟ ਲਾਜ਼ ਰਿਲੇਟਿੰਗ ਟੂ ਬਿਜ਼ਨਸ। ਸੋ ਬਾਈ ਮੇਨਟੇਨਿੰਗ ਅਕਾਊਂਟਸ ਬੁੱਕਸ ਇਹ ਬਿਜ਼ਨਸ ਕੈਨ ਫੁਲਫਿਲ ਲੀਗਲ ਰਿਕੁਆਇਰਮੈਂਟ। ਲੀਗਲ ਰਿਕੁਆਇਰਮੈਂਟ ਦਾ ਉਹੀ ਗੱਲ ਮਤਲਬ ਹੁੰਦਾ ਕਿ ਲਾਅ ਵੀ ਇਹੀ ਗੱਲ ਕਹਿੰਦਾ ਕਿ ਅਕਾਊਂਟਸ ਬਣਾਓ, ਜੇ ਨਹੀਂ ਬਣਾਓਗੇ ਅਕਾਊਂਟਸ ਤੇ ਉਹਦੀ ਕੰਪਨੀ ਕੀ ਕਰ ਦਿੱਤੀ ਜਾਊਗੀ, ਰੱਦ। ਅਸਰਟੇਨਮੈਂਟ ਆਫ ਪ੍ਰੋਫਿਟ ਐਂਡ ਲਾਸ, ਤੁਹਾਨੂੰ ਵੀ ਪਤਾ ਵਾ ਕਿ ਅਕਾਊਂਟਸ ਤਾਂ ਕਰਕੇ ਬਣਾਏ ਜਾਂਦੇ ਤਾਂ ਜੋ ਕੀ ਹੋ ਸਕੇ, ਪ੍ਰੋਫਿਟ ਲਾਸ ਦਾ ਪਤਾ ਚੱਲ ਸਕੇ। ਅਸਰਟੇਨਮੈਂਟ ਆਫ ਫਾਈਨੈਂਸ਼ੀਅਲ ਪੋਜੀਸ਼ਨ, ਅਕਾਊਂਟਸ ਤਾਂ ਕਰਕੇ ਬਣਾਇਆ ਸਾਨੂੰ ਇਹ ਪਤਾ ਚੱਲ ਸਕੇ ਤੁਹਾਡੀ ਪੋਜੀਸ਼ਨ ਕਿੰਨੀ ਆ ਮਾਰਕੀਟ, ਠੀਕ ਹੈ, ਅਤੇ ਪੋਜੀਸ਼ਨ ਕਿੰਨੀ ਆ ਸਮਝ ਆਉਂਦੀ ਹੈ ਕਿ ਅਸੀਂ ਪਹਿਲੇ ਸਥਾਨ 'ਤੇ ਜਾਂ 10ਵੇਂ 'ਤੇ ਜਾਂ 15ਵੇਂ 'ਤੇ ਰਿਪੋਰਟ ਕਰਦੇ ਤੁਹਾਨੂੰ ਕੀ ਪਤਾ ਚੱਲਦਾ ਹੈ ਬੱਚੇ ਕਿ ਤੁਸੀਂ ਪਾਸ ਜੇ ਟੀਚਰ ਇਕੱਲਾ ਲਿਖ ਦੂਗਾ ਬਟ ਪੋਜੀਸ਼ਨ ਹੀ ਤੁਹਾਡੀ ਲਿਖੂਗਾ ਤੁਹਾਨੂੰ ਪਤਾ ਚੱਲੂਗਾ। ਇੱਦਾਂ ਹੀ ਰਿਪੋਰਟ ਕਾਰਡ ਕੀ ਹੈ, ਤੁਹਾਡੀ ਇੱਕ ਬੈਲੈਂਸ ਸ਼ੀਟ ਹੈ, ਠੀਕ ਹੈ ਜੀ। ਹੈਲਪਫੁਲ ਇਨ ਕੰਪੈਰੇਟਿਵ, ਕੰਪੈਰੇਟਿਵ ਦਾ ਮਤਲਬ ਹੁੰਦਾ 1 ਸਾਲ ਨੂੰ ਦੂਜੇ ਸਾਲ ਦੇ ਨਾਲ ਕੰਪੇਅਰ ਕਰਨਾ, ਠੀਕ ਆ। ਤੁਸੀਂ ਆਪਣੇ ਰਿਪੋਰਟ ਕਾਰਡ ਨੂੰ ਕੰਪੇਅਰ ਕਰਦੇ ਹੋ ਨਾ 8th 'ਚ 80% ਹੀ 9th 'ਚ 90% ਆਏ, ਇੱਦਾਂ ਹੀ ਅਕਾਊਂਟਸ ਦੇ ਵਿੱਚ ਬਿਜ਼ਨਸਮੈਨ ਇੱਕ ਅਕਾਊਂਟ ਨੂੰ ਦੂਜੇ ਸਾਲ ਦੇ ਨਾਲ ਕੰਪੇਅਰ ਕਰਦਾ ਵਾ ਕਿ ਮੈਨੂੰ ਪਿਛਲੇ ਸਾਲ ਇੰਨਾ ਪ੍ਰੋਫਿਟ ਹੋਇਆ, ਇਸ ਸਾਲ ਇੰਨਾ ਪ੍ਰੋਫਿਟ ਹੋਇਆ। ਦੈਟ ਮੀਨਸ ਕੰਪੇਅਰ ਕਰਨ ਦੇ ਨਾ ਪਾਸਟ ਦੇ ਨਾਲ ਪ੍ਰੈਜ਼ੈਂਟ ਨੂੰ, ਠੀਕ ਹੈ।
एविडेंस इन द कोर्ट ਉਹੀ ਗੱਲ ਹੋ ਗਈ ਕਿ ਅਕਾਊਂਟਸ ਪ੍ਰੋਪਰ ਬਣਾਏ ਹੋਣਗੇ। ਤਾਂ ਜੇ ਕੋਈ ਵੀ ਤੁਹਾਨੂੰ ਸਰਕਾਰ ਕਹਿ ਦਿੰਦੀ ਆ ਕਿ ਤੁਸੀਂ ਨਹੀਂ ਸਿੱਧੀ ਜੀ ਗੱਲ ਆ ਵੀ ਤੁਸੀਂ ਸਾਨੂੰ ਇੰਨੇ ਵੀ ਸਾਨੂੰ ਟੈਕਸ ਨਹੀਂ ਪੇ ਕੀਤਾ ਤੇ ਆਪਾਂ ਆਪਣੀਆਂ ਕਾਪੀ ਐਵੀਡੈਂਸ ਦੇ ਸਕਦੇ ਕੋਰਟ ਦੇ ਵਿੱਚ ਕਿ ਆ ਵੇਖੋ ਮੈਂ ਪ੍ਰੋਪਰ ਅਕਾਊਂਟਸ ਬਣਾਏ ਆ ਤੇ ਦੇਖੋ ਮੇਰੇ ਕੀ ਆ ਵੀ ਮੈਨੂੰ 1 ਕਰੋੜ ਦਾ ਹੀ ਪ੍ਰੋਫਿਟ ਹੋਇਆ। ਦੇयर इज़ ए ਪੋਸੀਬਿਲਿਟੀ ਆਫ ਡਿਸਪਿਊਟ ਵਿਚ ਵਿਦ ਆਵਰ ਸਪਲਾਇਰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਡਿਸਪਿਊਟ ਦਾ ਮਤਲਬ ਹੁੰਦਾ ਵਾ ਕਿ ਲੜਾਈ ਝਗੜਾ, ਠੀਕ ਹੈ। ਡਿਸਪਿਊਟਸ ਵਿਦ ਆਵਰ ਸਪਲਾਇਰਸ ਦੇ ਨਾਲ ਹੋ ਸਕਦੇ, ਸਪਲਾਇਰ ਜਿਨ੍ਹਾਂ ਨੇ ਆਪਾਂ ਨੂੰ ਮਾਲ ਸਪਲਾਈ ਕੀਤਾ, ਕਸਟਮਰ ਮਤਲਬ ਜਿਹੜੇ ਕਸਟਮਰ ਹੁੰਦੇ, ਔਰ ਐਨੀ ਡਿਪਾਰਟਮੈਂਟ ਆਫ ਗਵਰਨਮੈਂਟ ਔਰ on any matter these account book can be produced in the court as evidence to prove out point, ਠੀਕ ਹੈ। ਹੈਲਪਫੁਲ ਇਨ ਰੇਜ਼ਿੰਗ ਫੰਡਸ, ਓਬਵੀਅਸਲੀ ਬੱਚੇ ਕੋਈ ਵੀ ਤੁਹਾਨੂੰ ਫੰਡਸ ਦਾ ਮਤਲਬ ਹੁੰਦਾ ਪੈਸਾ ਦਿੰਦਾ ਜਦੋਂ ਵੀ, ਠੀਕ ਆ। ਕੋਈ ਵੀ ਕੰਪਨੀ ਤੁਹਾਨੂੰ ਪੈਸਾ ਕੋਈ ਵੀ ਪਰਸਨ, ਮੈਂ ਵੀ ਆ ਹੁਣ ਜੇ ਮੈਂ ਤੁਹਾਨੂੰ ਪੈਸਾ ਦਊਂਗੀ ਨਾ ਤੇ ਮੈਂ ਇੱਕ ਵਾਰੀ ਦੇ ਦੂੰਗੀ ਤੁਹਾਨੂੰ, ਬਟ ਜੇ ਤੁਸੀਂ ਮੈਨੂੰ ਉਹ ਪੈਸਾ ਵਾਪਸ ਨਹੀਂ ਕਰੋਗੇ ਤਾਂ ਮੈਂ ਤੁਹਾਨੂੰ ਅਗਲੀ ਵਾਰੀ ਕਦੀ ਵੀ ਪੈਸਾ ਨਹੀਂ ਦਊਂਗੀ। ਇੱਦਾਂ ਹੀ ਕੰਪਨੀ ਵੀ ਅਕਾਊਂਟਸ, ਕੋਈ ਵੀ ਪਰਸਨ ਜੇ ਕੰਪਨੀ ਨੂੰ ਲੋਨ ਦਿੰਦਾ ਵਾ ਤਾਂ ਉਹ ਪਹਿਲਾਂ ਕੰਪਨੀ ਦਾ ਕੀ ਵੇਖਦਾ ਵਾ, बैलेंस शीट अकाउंट्स वेखदा। क्योंकि अकाउंट्स वेख के उन्हें वेखना होंदा कि कंपनी च प्रॉफिट च जाती है तो मैं इनू पैसा देवां, जे लॉसिस च जाती तो मेरा पैसा वापस नहीं होना तो मैं इन्होंने पैसा ना देवां, ठीक है। बैंकर्स एंड अदर फाइनेंशियल इंस्टीट्यूशन गिव लोन टू नीडी बिजनेसमैन बट इट इज़ ओनली पॉसिबल इफ वी सैटिस्फाई दैम अबाउट आवर लिक्विडिटी पोजीशन। अकाउंटिंग इन्फॉर्मेशन विल हैल्प इन दैट, ठीक है जी। रैशनल डिसीजन मेकिंग ਉਹੀ ਗੱਲ ਅਕਾਊਂਟਸ ਦੇ ਨਾਲ ਤੁਸੀਂ ਡਿਸੀਜਨ ਬੈਟਰ ਲੈ ਸਕਦੇ ਜੋ, ਉਹੀ ਗੱਲ ਹੋ ਗਈ ਜਿਹੜਾ ਆਪਾਂ ਪਹਿਲਾਂ ਪੁਆਇੰਟ ਪੜ੍ਹਿਆ ਸੀ ਕਿ ਤੁਸੀਂ ਇਹ ਵੇਖ ਸਕਦੇ ਜੋ ਕਿਹੜਾ ਪ੍ਰੋਡਕਟ ਤੁਹਾਡਾ ਕੀ ਆ ਕਿ ਤੁਹਾਨੂੰ ਪ੍ਰੋਫਿਟ ਵੱਧ ਤੋਂ ਵੱਧ ਦੇਣ ਦਿਆ ਵਾ। ਡਿਵਰਸੀਫਿਕੇਸ਼ਨ ਜੋ ਆਪਾਂ ਪਹਿਲੇ ਪੁਆਇੰਟਸ ਪੜ੍ਹੇ, ਡਿਵਰਸੀਫਿਕੇਸ਼ਨ ਦਾ ਮਤਲਬ ਹੁੰਦਾ ਵਾ ਕਿ ਤੁਸੀਂ ਵੱਖ-ਵੱਖ ਪ੍ਰੋਡਕਟਸ ਬਣਾ ਸਕਦੇ ਜੋ ਜਾਂ ਕਿਹੜੇ ਪ੍ਰੋਡਕਟਸ ਤੁਹਾਨੂੰ ਬੈਨੀਫਿਟ ਆ। ਮੈਂ ਹੁਣੇ ਆ ਪੁਆਇੰਟ ਕੀਤਾ ਸੀ ਨਾ ਆਪਾਂ ਹੈਲਪਫੁਲ ਐਂਡ ਰੈਸ਼ਨਲ ਡਿਸੀਜਨ ਮੇਕਿੰਗ, ਦੈਟ ਇਜ਼ ਸਿਮਿਲਰ ਟੂ ਇਟ। ਤੇ ਇਹ ਦੈਟਸ ਆਲ ਫॉर ਟੂਡੇ ਬੱਚੇ। ਐਡਵਾਂਟੇजेस ਆਪਣੀਆਂ ਪੂਰੀਆਂ ਹੋ ਗਈਆਂ ਵਾ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਯੂ ਕੈਨ ਆਸਕ ਮੀ। ਦੈਟਸ ਆਲ ਫॉर ਟੂਡੇ। ਥੈਂਕ ਯੂ ਸਟੂਡੈਂਟਸ।